ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਵਾਰੇ ਖਾਲਸਾ ਜੀ। ਆਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਪਿਛਲੇ ਵਿਖਿਆਨਾਂ ਦੇ ਵਿੱਚ ਤਕਰੀਬਨ ਕੋਸ਼ਿਸ਼ ਕੀਤੀ ਹੈ ਕਿ ਸਿੱਖ ਨਸਲਕੁਸ਼ੀ ਦੇ ਕਾਰਨਾਂ ਨੂੰ ਸਮਝਣ ਦਾ ਯਤਨ ਕਰੀਏ, ਕਿਉਂਕਿ ਅਕਸਰ ਬਹੁਤ ਸਾਰੇ ਵਿਖਿਆਨਾਂ ਦੇ ਵਿੱਚ ਜਦੋਂ ਮੈਂ ਫਾਸਿਜ਼ਮ ਦਾ, ਫਾਸ਼ੀਵਾਦ ਦਾ ਜ਼ਿਕਰ ਕਰਦਾ ਤਾਂ ਉਹਦੇ ਵਿੱਚ ਇੱਕ ਅਹਿਮ ਗੱਲ ਹੁੰਦੀ ਹੈ ਕਿ ਇੱਕ ਬਹੁ ਗਿਣਤੀ ਨੂੰ ਭੈ ਦਿਖਾ ਕੇ ਭੈ ਸਿਰਜਿਆ ਵੀ ਜਾਂਦਾ ਹੈ, ਭੈ ਦਿੱਤਾ ਵੀ ਜਾਂਦਾ ਹੈ, ਅਤੇ ਉਸ ਬਹੁ ਗਿਣਤੀ ਜਿਹੜੀ ਹੁੰਦੀ ਹੈ ਵਸੋਂ ਉਹਦੀ ਵੋਟ ਲੈਣ ਦੇ ਵਾਸਤੇ ਕਈ ਵਾਰੀ ਘੱਟ ਗਿਣਤੀਆਂ ਦੇ ਉੱਪਰ ਬਹੁਤ ਸਾਰੇ ਕਹਿ ਸਕਦੇ ਹੋ ਕਿ ਇਵੇਂ ਦੇ ਜ਼ੁਲਮ ਵੀ ਕੀਤੇ ਜਾਂਦੇ ਨੇ, ਜਿੱਥੇ ਕਿਤੇ ਨਾ ਕਿਤੇ ਇੱਕ ਬਹੁ ਗਿਣਤੀ ਮਾਨਸਿਕਤਾ ਨੂੰ ਸੰਤੁਸ਼ਟੀ ਮਿਲਦੀ ਹੈ ਅਤੇ ਘੱਟ ਗਿਣਤੀਆਂ ਦਾ ਜਿਹੜਾ ਉਹ ਘਾਣ ਹੋ ਜਾਂਦਾ ਹੈ। ਜੇਕਰ 1947 ਤੋਂ ਅਸੀਂ ਬਾਅਦ ਦੀ ਗੱਲ ਕਰੀਏ ਤਾਂ ਤਕਰੀਬਨ, ਵੈਸੇ ਇੱਕ ਕਿਤਾਬ ਹੈ ਹਿੰਦੀ ਦੇ ਵਿੱਚ, ਜੇਕਰ ਤੁਹਾਨੂੰ ਕਿਤੇ ਉਪਲਬਧ ਹੋ ਸਕੇ ਤਾਂ ਪੜ੍ਹਨ ਦਾ ਯਤਨ ਜ਼ਰੂਰ ਕਰਿਓ। ਉਹ ਕਿਤਾਬ ਹੈ ਦੰਗੋਂ ਕਾ ਇਤਿਹਾਸ। ਉਹਦੇ ਵਿੱਚ ਬਹੁਤ ਛੋਟੇ ਛੋਟੇ ਇਵੇਂ ਦੇ ਦੰਗਿਆਂ ਦਾ ਜਿਹੜਾ ਜ਼ਿਕਰ ਕੀਤਾ ਗਿਆ। ਤਕਰੀਬਨ 300 ਤੋਂ ਵੱਧ ਇਵੇਂ ਦੇ ਹਿੰਸਕ ਦੰਗੇ ਜਿਹੜੇ ਨੇ ਆਜ਼ਾਦੀ ਤੋਂ ਬਾਅਦ ਜਿਹੜੇ ਨੇ, ਜਾਂ ਇਵੇਂ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਇਸ ਦੇਸ਼ ਅੰਦਰ ਵਾਪਰ ਚੁੱਕੀਆਂ। ਪਰ ਜਿਸ ਯੋਜਨਾਬੱਧ ਤਰੀਕੇ ਦੇ ਨਾਲ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਹੈ, ਇਸ ਦੀ ਮਿਸਾਲ ਭਾਰਤੀ ਇਤਿਹਾਸ ਦੇ ਵਿੱਚ ਇਸ ਤੋਂ ਪਹਿਲਾਂ ਨਹੀਂ ਮਿਲਦੀ। ਹਾਂ, ਇੰਨਾ ਕੁ ਜ਼ਰੂਰ ਹੈ ਕਿ ਜਿਹੜੀਆਂ ਦੋ ਵਰਤਾਰੇ ਇਵੇਂ ਦੇ ਵਾਪਰੇ ਨੇ, ਇੱਕ ਗੁਜਰਾਤ ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਅਤੇ ਇੱਕ ਦਿੱਲੀ ਦੇ ਵਿੱਚ ਸਿੱਖਾਂ ਦਾ ਕਤਲੇਆਮ, ਜਿਨ੍ਹਾਂ ਨੂੰ ਅਸੀਂ ਨਸਲਕੁਸ਼ੀ ਕਹਿ ਸਕਦੇ ਹਾਂ। ਔਰ ਇਹਨਾਂ ਵਰਤਾਰਿਆਂ ਦੇ ਵਿੱਚ, ਦੋਹਾਂ ਦੇ ਵਿੱਚ ਜਿਹੜੀਆਂ ਸਿਮੀਲੈਰਿਟੀਜ਼ ਨੇ ਉਹ ਬਹੁਤ ਜ਼ਿਆਦਾ ਨੇ। ਇਹਨਾਂ ਦੇ 'ਚ ਆਪਸ 'ਚ ਬਹੁਤ ਕੁਝ ਮੇਲ ਖਾਂਦਾ ਹੈ। ਘਰਾਂ ਦੀ ਸ਼ਨਾਖਤ ਕਰਨੀ, ਇੱਕ ਖਾਸ ਫਿਰਕੇ ਦੇ ਘਰਾਂ ਦੀ ਚੋਣ ਕਰਨੀ, ਇੱਥੋਂ ਤੱਕ ਕਿ ਵੋਟਰ ਸੂਚੀਆਂ ਤੱਕ ਦੀ ਵਰਤੋਂ ਕਰਨੀ। ਸੋ ਇਹਨਾਂ ਦੇ ਵਿੱਚ ਜਿੱਥੇ ਸਾਰੇ ਵਰਤਾਰੇ ਦੇ ਵਾਪਰਨ ਦੀ ਕਿਰਿਆ ਦੇ ਵਿੱਚ ਸਮਾਨਤਾ ਹੈ, ਉੱਥੇ ਸਮਾਨਤਾ ਇਹ ਵੀ ਹੈ ਕਿ ਇਨਸਾਫ ਅਜੇ ਤੱਕ ਉਹਨਾਂ ਨੂੰ ਵੀ ਪੂਰੀ ਤਰ੍ਹਾਂ ਦੇ ਨਾਲ ਨਹੀਂ ਮਿਲਿਆ। ਕਮਿਸ਼ਨ ਦਰ ਕਮਿਸ਼ਨ ਦੀ ਰਾਜਨੀਤੀ ਉੱਥੇ ਵੀ ਚੱਲਦੀ ਰਹੀ ਹੈ। ਇਹ ਵੀ ਇੱਕ ਸਾਂਝ ਹੀ ਕਹਿ ਸਕਦੇ ਹਾਂ ਕਿ ਦੋਹਾਂ ਥਾਵਾਂ ਦੇ ਉੱਪਰ ਦੋ ਘੱਟ ਗਿਣਤੀ ਕੌਮੀਅਤਾਂ ਦੀ ਨਸਲਕੁਸ਼ੀ ਹੁੰਦੀ ਹੈ ਤਾਂ ਜਿਹੜਾ ਜਸਟਿਸ ਨਾਨਾਵਤੀ ਕਮਿਸ਼ਨ ਹੀ ਉੱਥੇ ਜਿਹੜਾ ਇਸ ਸਾਰੇ ਘਟਨਾ ਜਾਂ ਵਰਤਾਰੇ ਦੀ ਜਾਂਚ ਕਰਦਾ ਹੈ, ਅਤੇ ਉਹ ਦਿੱਲੀ ਦੇ ਵਿੱਚ ਸਿੱਖ ਨਸਲਕੁਸ਼ੀ ਦੇ ਵਾਸਤੇ ਜਿਹੜਾ ਉਸ ਦਾ ਗਠਨ ਕੀਤਾ ਜਾਂਦਾ ਹੈ। ਸੋ ਮੇਰਾ ਕਹਿਣ ਤੋਂ ਭਾਵ ਸੀ ਕਿ 1947 ਤੋਂ ਬੇਸ਼ੱਕ ਬਹੁਤ ਸਾਰੇ ਦੰਗੇ ਹੋਏ ਨੇ, ਹਿੰਸਕ ਵਰਤਾਰੇ ਹੋਏ ਨੇ, ਪਰ ਜੇਕਰ ਉਹਨਾਂ ਨੂੰ ਛੱਡ ਦਈਏ ਤਾਂ ਇਹ ਜਿਹੜੀ ਦੋ ਵੱਡੇ ਵਰਤਾਰੇ ਵਾਪਰੇ ਨੇ, ਜਿਨ੍ਹਾਂ ਨੂੰ ਇੱਕ ਕੌਮੀਅਤ ਦੇ ਖਿਲਾਫ ਬਹੁ ਗਿਣਤੀ ਵੱਲੋਂ ਕੀਤੀ ਗਈ ਨਸਲਕੁਸ਼ੀ ਦਾ ਨਾਮ ਦਿੱਤਾ ਜਾ ਸਕਦਾ ਹੈ, ਜਾਂ ਕਹਿ ਸਕਦੇ ਹੋ ਕਿ ਇਸ ਜੀਨੋਸਾਈਡ ਦੀ ਸਾਰੀ ਪਰਿਭਾਸ਼ਾ ਦੇ ਅਧੀਨ ਇਹ ਆ ਜਾਂਦੀ ਹੈ, ਤਾਂ ਇਹਨਾਂ ਦੇ ਵਿੱਚ ਜਿਹੜੀਆਂ ਸਿਮੀਲੈਰਿਟੀਜ਼ ਨੇ ਉਹ ਬਹੁਤ ਨੇ। ਸੋ ਇਸ ਮੁੱਦੇ ਦੇ ਉੱਪਰ ਬਹਿਸ ਮੁਬਾਸਾ ਕਰਨ ਵਾਸਤੇ ਤਾਂ ਬੇਸ਼ੱਕ ਕਹਿ ਸਕਦੇ ਹੋ ਕਿ ਬਹੁਤ ਸਾਰੀਆਂ ਕਈ ਵਾਰੀ ਸਿਆਸੀ ਧਿਰਾਂ ਅਸਲੀਅਤ ਤੋਂ ਵਾਕਿਫ ਹੋਣ ਦੇ ਬਾਵਜੂਦ ਵੀ ਪਰਦਾਪੋਸ਼ੀ ਜਿਹੜੀਆਂ ਉਹ ਕਰਦੀਆਂ ਨੇ, ਅਤੇ ਕਈ ਵਾਰੀ ਅਸੀਂ ਵੀ, ਮੈਨੂੰ ਲੱਗਦਾ ਹੈ ਕਿ ਇਹੋ ਜਿਹੇ ਵਰਤਾਰਿਆਂ ਦਾ ਸ਼ਿਕਾਰ ਹੋ ਜਾਂਦੇ ਹਾਂ ਕਿ ਇਸ ਨਸਲ ਘਾਤ ਨੂੰ ਜਾਂ ਜੀਨੋਸਾਈਡ ਨੂੰ ਸਿੱਖ ਵੀ ਕਈ ਵਾਰੀ ਦੰਗੇ ਕਹਿ ਕੇ ਸੰਬੋਧਿਤ ਕਰਦੇ ਨੇ, ਜਾਂ ਇਹਨੂੰ ਘੱਲੂਘਾਰਾ ਕਹਿ ਦਿੰਦੇ ਨੇ। ਦਰਅਸਲ ਨਾ ਇਹ ਦੰਗੇ ਹੈ, ਨਾ ਇਹ ਫਸਾਦ ਹੈ, ਨਾ ਇਹ ਕਤਲੇਆਮ ਹੈ, ਨਾ ਇਹ ਹਿੰਸਾ ਹੈ। ਅਸਲੀਅਤ ਦੇ ਵਿੱਚ ਇਹ ਇੱਕ ਬਹੁਤ ਹੀ ਘਾਤਕ ਨਸਲਕੁਸ਼ੀ ਹੈ, ਜਿਹਦੇ ਸਾਹਮਣੇ ਕਤਲੇਆਮ ਜਿਹੜਾ ਸ਼ਬਦ ਹੈ ਉਹ ਵੀ ਬੜਾ ਛੋਟਾ ਅਤੇ ਅਰਥਹੀਣ ਲੱਗਦਾ ਹੈ। ਪਰ ਦੰਗੇ ਸ਼ਬਦ ਦੀ ਵਰਤੋਂ ਤਾਂ ਸਾਨੂੰ ਇਸ ਨਸਲ ਘਾਤ ਵਾਸਤੇ ਕਦੀ ਵੀ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹਦੇ ਵਿੱਚ ਤਾਂ ਅਸੀਂ ਇਸ ਹਿੰਸਕ ਵਰਤਾਰੇ ਦੇ ਖੁਦ ਦੋਸ਼ੀ ਬਣਦੇ ਹਾਂ, ਕਿਉਂਕਿ ਦੰਗਿਆਂ ਦੇ ਵਿੱਚ ਦੋਹਾਂ ਧਿਰਾਂ ਜਿਹੜੀ ਹੈ ਉਹਨਾਂ ਦੀ ਜਿਹੜੀ ਉਹ ਸ਼ਮੂਲੀਅਤ ਹੁੰਦੀ ਹੈ। ਸੋ ਜੇਕਰ ਅਸੀਂ ਇਸ ਸਾਰੇ ਵਰਤਾਰੇ ਦੀ ਗੱਲ ਕਰੀਏ ਤਾਂ 1984 ਦੇ ਵਿੱਚ, ਕਿਉਂਕਿ ਅੱਜ ਮੈਂ ਤੁਹਾਡੇ ਨਾਲ ਜਿਹੜੀ ਗੱਲ ਅਹਿਮ ਸਾਂਝੀ ਕਰਨੀ ਹੈ ਕਿ 1984 ਨਵੰਬਰ ਦੇ ਵਿੱਚ ਜਿਹੜਾ ਸਿੱਖਾਂ ਦਾ ਕਤਲੇਆਮ ਹੁੰਦਾ, ਜਿਸ ਨੂੰ ਅਸੀਂ ਸਿੱਖ ਨਸਲਕੁਸ਼ੀ ਜਾਂ ਜੀਨੋਸਾਈਡ ਦੇ ਨਾਮ ਦੇ ਨਾਲ ਸੰਬੋਧਿਤ ਹੁੰਦੇ ਹਾਂ, ਉਹਦੇ ਵਿੱਚ RSS ਦਾ ਸੰਘ ਦਾ ਨਜ਼ਰੀਆ ਕੀ ਸੀ? ਕਿਉਂਕਿ ਇਸ ਸਾਰੇ ਵਰਤਾਰੇ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਬੇਸ਼ੱਕ ਕਿ ਉਸ ਵੇਲੇ ਦੇਸ਼ ਦੀ ਹਕੂਮਤ ਦੇ ਉੱਪਰ ਕਾਬਜ਼ ਧਿਰ ਜਿਹੜੀ ਕਾਂਗਰਸ ਹੈ, ਔਰ ਇਹ ਸਾਰੇ ਵਰਤਾਰੇ ਤੋਂ ਬਾਅਦ ਕਾਂਗਰਸ ਵੱਡੀਆਂ ਕਹਿ ਸਕਦੇ ਹੋ ਕਿ ਧਿਰਾਂ ਦੇ ਨਾਲ ਗੱਠਜੋੜ ਵੀ ਕਰਦੀ ਹੈ, ਇੱਕ ਵੱਡੇ ਰੂਪ ਦੇ ਵਿੱਚ ਬਹੁਤ ਸਾਰੀਆਂ ਵੋਟਾਂ ਲੈ ਕੇ ਉਹ ਜਿੱਤਦੀ ਵੀ ਹੈ, ਔਰ ਕਿਤੇ ਵੀ ਇੱਕ ਕੌਮ ਦੇ ਨਾਲ ਹੋਏ ਨਸਲ ਘਾਤ ਦਾ ਰਾਜਸੀ ਤੌਰ 'ਤੇ ਕੋਈ ਅਸਰ ਸਾਹਮਣੇ ਨਹੀਂ ਆਉਂਦਾ। ਤਾਂ ਉਸ ਤੋਂ ਬੜਾ ਸਪਸ਼ਟ ਹੋ ਜਾਂਦਾ ਹੈ ਕਿ ਕਿਤੇ ਨਾ ਕਿਤੇ ਕੁਝ ਐਸੀਆਂ ਧਿਰਾਂ ਜਿਹੜੀਆਂ ਬੇਸ਼ੱਕ ਉਦੋਂ ਰਾਜਸੀ ਪਰਦੇ ਦੇ ਉੱਪਰ ਪ੍ਰਤੱਖ ਨਹੀਂ ਹੈਗੀਆਂ, ਪਰ ਕਿਤੇ ਨਾ ਕਿਤੇ ਉਹਨਾਂ ਦੀ
ਕਹਿ ਸਕਦੇ ਹੋ ਕਿ ਗੁਪਤ ਭੂਮਿਕਾ ਜਿਹੜੀ ਹੈ ਉਹ ਜ਼ਰੂਰ ਇਸ ਸਾਰੇ ਵਰਤਾਰੇ ਨੂੰ ਅਸਰ ਅੰਦਾਜ਼ ਵੀ ਕਰਦੀ ਹੈ ਤੇ ਸਾਹਮਣੇ ਵੀ ਆਉਣਾ ਚਾਹੀਦੀ ਹੈ। ਹੁਣ ਜਿਸ ਤਰ੍ਹਾਂ ਦੇ ਨਾਲ ਅਡਵਾਨੀ ਨੇ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਉਹਨੇ ਸਪਸ਼ਟ ਕੀਤਾ ਹੈ, ਬੇਸ਼ੱਕ ਕਿ ਬਹੁਤ ਸਾਰੀਆਂ ਹੁਣ ਤਾਂ ਤਸਵੀਰਾਂ ਵੀ ਉਸ ਵੇਲੇ ਦੀਆਂ ਆਉਂਦੀਆਂ ਨੇ ਕਿ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਹਮਲਾ ਕਰਨ ਦੇ ਵਾਸਤੇ ਭਾਜਪਾ ਜਿਹੜੀ ਹੈ ਉਹਦੇ ਵੱਲੋਂ ਵੀ ਦੇਸ਼ ਦੀ ਹਕੂਮਤ ਨੂੰ ਬਾਰ-ਬਾਰ ਜਿਹੜਾ ਸੀ ਉਹ ਮਜਬੂਰ ਕੀਤਾ ਗਿਆ ਕਿ ਦਰਬਾਰ ਸਾਹਿਬ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ। ਤੇ 1984 ਤੋਂ ਬਾਅਦ ਜਿਹੜਾ ਭਾਜਪਾ ਦੀ ਸਟੇਟਮੈਂਟ ਸੀ ਉਸ ਨੂੰ ਦੇਰ ਨਾਲ ਹੋਈ ਦਰੁਸਤ ਕਾਰਵਾਈ ਕਹਿ ਕੇ ਵਡਿਆਇਆ ਗਿਆ ਔਰ ਫਿਰ ਜੂਨ 2005 ਦੇ ਵਿੱਚ ਤਾਂ ਇੰਦਰਾ ਗਾਂਧੀ ਨੂੰ ਸ਼ੇਰਨੀ ਮਹਿਲਾ ਲਾਈਨ ਲੇਡੀ ਜਿਹੜਾ ਸੀਗਾ ਉਹ ਵੀ ਇੱਕ ਤਰ੍ਹਾਂ ਦੇ ਨਾਲ ਜਿਹੜਾ ਸੀ ਉਹ ਇੱਕ ਖਿਤਾਬ ਦਿੱਤਾ ਗਿਆ। ਸੋ ਜਿਹੜੀ ਇਹ ਸਾਰੀ ਮਾਨਸਿਕਤਾ ਹੈ ਇਸ ਨੂੰ ਸਮਝਣਾ, ਸਿੱਖਾਂ ਪ੍ਰਤੀ ਨੀਤੀ ਤੇ ਸਿੱਖ ਨਸਲਕੁਸ਼ੀ ਦੇ ਬਾਰੇ ਉਸ ਮਾਨਸਿਕਤਾ ਦੇ ਵਿੱਚ ਕੀ ਵਸਿਆ ਪਿਆ ਹੈ, ਇਹ ਕੁਝ ਦਸਤਾਵੇਜ਼ ਐਸੇ ਨੇ ਜਿਨ੍ਹਾਂ ਨੂੰ ਸਮਝਣ ਦੇ ਨਾਲ, ਪੜ੍ਹਨ ਦੇ ਨਾਲ ਜਾਂ ਫਿਰ ਬਿਹਾਈਂਡ ਦਾ ਲਾਈਨਸ ਜਾਂ ਬਿਹਾਈਂਡ ਦਾ ਸੀਨ ਵਰਤਾਰਾ ਕੀ ਹੈ ਉਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇੱਕ ਚੰਗੇ ਸਕਾਲਰ ਨੇ ਸ਼ਮਸੁਲ ਇਸਲਾਮ, ਉਹਨਾਂ ਨੇ ਇੱਕ ਚੰਗੇ ਕਾਲਮ ਨਵੀਸ ਵੀ ਨੇ, ਉਹਨਾਂ ਨੇ ਇਸ ਸਾਰੇ ਵਰਤਾਰੇ ਦੇ ਬਾਰੇ ਇੱਕ ਲੇਖ ਛਾਪਿਆ ਸੀ ਜਿਹਦੇ ਵਿੱਚ ਉਹਨਾਂ ਨੇ 25 ਨਵੰਬਰ 1984 ਦੇ ਵਿੱਚ ਛਪੇ ਹੋਏ ਇੱਕ ਹਫ਼ਤਾਵਾਰੀ ਹਿੰਦੀ ਅਖਬਾਰ ਪ੍ਰਤੀਪਕਸ਼ ਦਾ ਹਵਾਲਾ ਦਿੱਤਾ ਸੀ ਔਰ ਇਸ ਦਾ ਸੰਪਾਦਕ ਵੀ ਜਾਰਜ ਫਰਨਾਡੀਨ ਸੀ। ਇਸ ਖਾਸ ਦਸਤਾਵੇਜ਼ ਦੇ ਵਿੱਚ ਸਭ ਤੋਂ ਅਹਿਮ ਗੱਲ ਸੀ ਕਿ ਇਹਦੇ ਵਿੱਚ ਸਿੱਖ ਨਸਲਕੁਸ਼ੀ ਦੇ ਵਿੱਚ ਸੰਘ RSS ਦੀ ਜਿਹੜੀ ਭੂਮਿਕਾ ਸੀ ਉਸ ਨੂੰ ਨਸ਼ਰ ਕੀਤਾ ਗਿਆ ਔਰ ਇਸ ਦੇ ਮੁੱਖ ਪੰਨੇ ਦੇ ਉੱਪਰ ਜਿਹੜਾ ਖਾਸ ਲੇਖ ਛਾਪਿਆ ਗਿਆ, ਜਿਸ ਲੇਖ ਦੇ ਕੁਝ ਅੰਸ਼ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਨੇ ਜਿੱਥੇ ਤੁਹਾਨੂੰ ਬਹੁ ਗਿਣਤੀ ਕੌਮੀਅਤ ਜਿਹੜੀ ਹੈ ਉਹਦੀ ਮਾਨਸਿਕਤਾ ਨੂੰ ਸਮਝਣ ਦਾ ਮੌਕਾ ਜ਼ਰੂਰ ਮਿਲੇਗਾ। ਔਰ ਉਹ ਜਿਹੜਾ ਲੇਖ ਸੀ ਉਹ ਲੇਖ ਉਸ ਵੇਲੇ ਸੰਘ ਦੇ ਪ੍ਰਮੁੱਖ ਲੀਡਰ ਨਾਨਾ ਦੇਸ਼ਮੁਖ ਦਾ ਲਿਖਿਆ ਹੋਇਆ ਸੀ ਔਰ ਇਹ ਨਵੰਬਰ ਦੇ ਪਹਿਲੇ ਹਫ਼ਤੇ ਲਿਖਿਆ ਗਿਆ, ਉਸ ਤੋਂ ਬਾਅਦ ਦੇ ਵਿੱਚ ਵੰਡਿਆ ਗਿਆ ਔਰ ਉਹਨਾਂ ਦਿਨਾਂ ਦੇ ਵਿੱਚ ਲਿਖਿਆ ਜਾ ਰਿਹਾ ਹੈ ਜਦੋਂ ਸਿੱਖਾਂ ਦੀ ਨਸਲਕੁਸ਼ੀ ਚਰਮ ਸੀਮਾ ਦੇ ਉੱਪਰ ਸੀ। ਔਰ ਇਸ ਲੇਖ ਦੇ ਬਾਰੇ ਟਿੱਪਣੀ ਕਰਦਿਆਂ ਹੀ ਇਸ ਲੇਖਕ ਸ਼ਮਸੁਲ ਇਸਲਾਮ ਨੇ ਇਹ ਗੱਲ ਵੀ ਕਿਤੇ ਨਾ ਕਿਤੇ ਸਾਂਝੀ ਕੀਤੀ ਸੀ ਤੇ ਉਸ ਦਾ ਜਿਹੜਾ ਕਹਿ ਸਕਦੇ ਹੋ ਸੀਗਾ ਕਿ ਕਾਂਗਰਸ ਤੇ RSS ਦਾ ਗੱਠਜੋੜ, ਇਹ ਗੱਠਜੋੜ ਜਿਹੜਾ ਸੀ ਇਹ ਸਿੱਖ ਨਸਲਕੁਸ਼ੀ ਦੇ ਵੱਲ ਇਸ਼ਾਰਾ ਕਰਦਾ ਸੀ। ਔਰ ਇਸ ਲੇਖ ਦਾ ਜਿਹੜਾ ਲੇਖਕ ਸੀ ਜਿਸ ਨੇ ਪਹਿਲਾਂ ਪ੍ਰਤੀਪਕਸ਼ ਜਿਹੜਾ ਹਫ਼ਤਾਵਾਰੀ ਅਖਬਾਰ ਹੈ ਉਹਦੇ ਵਿੱਚ ਲਿਖਿਆ, ਉਹ ਸੰਘ ਦਾ ਬਕਾਇਦਾ ਤੌਰ ਤੇ ਪਾਲਿਸੀ ਮੇਕਰ ਜਿਸ ਨੂੰ ਅਸੀਂ ਨੀਤੀ ਘਾੜਾ ਕਹਿੰਦੇ ਤੇ ਪ੍ਰਮੁੱਖ ਯੋਜਨਾਕਾਰ ਸੀ ਔਰ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਉਸਨੇ ਇਹ ਲੇਖ ਦਸਤਾਵੇਜ਼ ਛਪਾਉਣ ਤੋਂ ਬਾਅਦ ਪ੍ਰਮੁੱਖ ਰਾਜਨੀਤਿਕ ਹਸਤੀਆਂ ਤੱਕ ਵੀ ਪਹੁੰਚਾਇਆ ਕਿ ਇਹ ਇੱਕ ਇਤਿਹਾਸਕ ਘਟਨਾ ਹੈ ਤੇ ਉਹ ਇਸ ਹਿੰਸਕ ਨੀਤੀ ਨੂੰ ਜਿਹੜੀ ਸਿੱਖਾਂ ਦੇ ਖਿਲਾਫ ਵਰਤੀ ਗਈ ਉਹਨੂੰ ਉਹ ਕਿਵੇਂ ਜਸਟੀਫਾਈ ਕਰਦਾ ਹੈ ਤੇ ਕਿੱਥੇ ਜਾ ਕੇ ਫਿਰ ਸਮਝ ਆਉਂਦੀ ਹੈ ਕਿ ਜਿਹੜੀਆਂ ਘੱਟ ਗਿਣਤੀ ਕੌਮੀਅਤਾਂ ਹੁੰਦੀਆਂ ਨੇ ਉਹਨਾਂ ਦਾ ਘਾਣ ਦੇ ਵਿੱਚ ਜਿਹੜੀਆਂ ਵੱਡੀਆਂ ਬਹੁ ਗਿਣਤੀ ਨੂੰ ਪ੍ਰਸੰਨ ਕਰਕੇ ਵੋਟ ਬੈਂਕ ਵਧਾਉਣ ਵਾਲੀਆਂ ਰਾਜਸੀ ਧਿਰਾਂ ਨੇ ਉਹ ਸਭ ਕੁਝ ਕੀ ਕਰਦੀਆਂ ਨੇ। ਸੋ ਉਹ ਆਪਣੇ ਲੇਖ ਦੇ ਵਿੱਚ ਜੋ ਲਿਖਦਾ ਹੈ ਉਹ ਕੁਝ ਅੰਸ਼ ਜਿੰਨੇ ਕਿ ਮੈਨੂੰ ਯਾਦ ਨੇ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਦਾ। ਕਹਿੰਦਾ ਕਿ ਇੰਦਰਾ ਗਾਂਧੀ ਨੇ ਮਹਾਨ ਸ਼ਹੀਦ ਦਾ ਸਦੀਵੀ ਥਿਰ ਰੁਤਬਾ ਪ੍ਰਾਪਤ ਕੀਤਾ ਹੈ, ਉਸ ਵਿੱਚ ਬੇਮਿਸਾਲ ਦਲੇਰੀ, ਨਿਡਰਤਾ ਅਤੇ ਕਾਬਲੀਅਤ ਸੀ ਤੇ ਦੇਸ਼ ਨੂੰ ਅੱਗੇ ਤੋਰਨ ਦੇ ਸਮਰੱਥ ਸੀ। ਇਹ ਇੰਦਰਾ ਗਾਂਧੀ ਦੇ ਬਾਰੇ RSS ਦੇ ਉਸ ਲੇਖਕ ਦੇ ਵਿਚਾਰ ਨੇ। ਉਹ ਕਹਿੰਦਾ ਇਸ ਯੋਗ ਤੇ ਵਿਅਸਤ ਸ਼ਖਸੀਅਤ ਨੂੰ ਉਹਨਾਂ ਨੇ ਹੀ ਮਾਰ ਦਿੱਤਾ ਜਿਨ੍ਹਾਂ ਦਾ ਫਰਜ਼ ਉਸ ਦੀ ਰਾਖੀ ਕਰਨਾ ਸੀ, ਪਰ ਇਸ ਨੇ ਇਹ ਜ਼ਿਕਰ ਨਹੀਂ ਕੀਤਾ ਕਿ ਉਹਨਾਂ ਨੇ ਮਾਰਿਆ ਕਿਉਂ, ਕਿਉਂਕਿ ਜਿਸ ਵੇਲੇ ਉਹ ਆਪਣੀ ਫੌਜ ਜਾਂ ਪੁਲਿਸ ਦੇ ਵਿੱਚ ਭਰਤੀ ਹੋਏ ਹੋਣਗੇ ਉਹਨਾਂ ਨੇ ਆਪਣੇ ਧਰਮ ਦੀ ਜਿਹੜੀ ਹੈ ਉਹ ਕਸਮ ਖਾਧੀ ਹੋਵੇਗੀ ਤੇ ਜਿਸ ਚੀਜ਼ ਦੀ ਮਨੁੱਖ ਕਸਮ ਖਾ ਕੇ ਕਿਸੇ ਵੀ ਪਦ ਦੇ ਉੱਪਰ ਕਿਸੇ ਨੌਕਰੀ ਨੂੰ ਜੁਆਇਨ ਕਰਦਾ ਹੈ ਉਸ ਸਮੇਂ ਉਸ ਦੇ ਵਾਸਤੇ ਧਰਮ ਜਿਹੜੀ ਹੈ ਉਹ ਉੱਚੀ ਚੀਜ਼ ਹੁੰਦੀ ਹੈ। ਅੱਗੇ ਜਾ ਕੇ ਲਿਖਦਾ ਕਿ ਦੁਖਦਾਇਕ ਗੱਲ ਇਹ ਹੈ ਕਿ ਮੌਤ ਨੂੰ ਪੰਥ ਦੇ ਨਾਂ ਤੇ ਮਾਰਿਆ ਦਰਸਾਇਆ ਜਾ ਰਿਹਾ। ਅਚਨਚੇਤ ਧਮਾਕੇਦਾਰ ਪ੍ਰਕਿਰਿਆ ਤੇ ਲੋਕਾਂ ਦਾ ਹਿੰਸਕ ਹੋਣਾ ਸਾਰੇ ਦੇਸ਼ ਦੇ ਵਿੱਚ ਉਸ ਦੇ ਪ੍ਰਸ਼ੰਸਕਾਂ ਦੀ ਜ਼ਖਮੀ ਮਾਨਸਿਕਤਾ ਤੇ ਉਹਨਾਂ ਪ੍ਰਤੀ ਭਾਵਨਾਵਾਂ ਦਾ ਪ੍ਰਗਟਾਅ ਸੀ। ਉਸ ਦੇ ਮਾਸੂਮ ਪ੍ਰਸ਼ੰਸਕਾਂ ਵਾਸਤੇ ਇੰਦਰਾ ਦਾ ਕਤਲ ਇੱਕ ਸਦਮਾ ਸੀ ਕਿਉਂਕਿ ਉਸ ਨੇ ਜ਼ਹਿਰੀਲੇ ਤੇ ਵੱਖਵਾਦੀ ਤੱਥਾਂ ਦੇ ਖਿਲਾਫ ਸੰਘਰਸ਼ ਛੇੜਿਆ ਸੀ। ਜਿਹੜੇ ਬੇਗੁਨਾਹਾਂ ਦੇ ਕਤਲਾਂ ਦੇ ਦੋਸ਼ੀ ਸਨ, ਇਹ ਲੋਕ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਭੰਗ ਕਰਦੇ ਸਨ। ਇਹ ਪ੍ਰਤੀਕਿਰਿਆ ਉਦੋਂ ਆਰੰਭ ਹੋਈ ਜਦੋਂ ਧਾਰਮਿਕ ਸਥਾਨ ਦੀ ਪਵਿੱਤਰਤਾ ਨੂੰ ਬਚਾਉਣਾ ਜ਼ਰੂਰੀ ਹੋ ਗਿਆ ਸੀ।
ਸਿੱਖ ਕੌਮ ਨੇ ਬੇਗੁਨਾਹਾਂ ਦੇ ਕਤਲਾਂ ਦੇ ਉੱਪਰ ਚੁੱਪੀ ਧਾਰ ਛੱਡੀ, ਪਰ ਹਰਮੰਦਰ ਤੇ ਫੌਜੀ ਕਾਰਵਾਈ ਦੌਰਾਨ ਧਮਾਕਾਪੂਰਨ ਗੁੱਸੇ ਦਾ ਪ੍ਰਗਟਾ ਕੀਤਾ, ਜਿਸ ਤੇ ਦੇਸ਼ ਹੈਰਾਨ ਸੀ। ਸਿੱਖਾਂ ਨੇ ਇੰਦਰਾ ਗਾਂਧੀ ਨੂੰ ਅਹਿਮਦ ਸ਼ਾਹ ਅਬਦਾਲੀ ਦੀ ਸੂਚੀ ਵਿੱਚ ਸ਼ਾਮਲ ਕੀਤਾ, ਪਰ ਮਨੁੱਖਤਾ ਦੇ ਖਿਲਾਫ ਗੰਭੀਰ ਜ਼ੁਲਮਾਂ ਦੇ ਦੋਸ਼ੀ ਭਿੰਡਰਾਂਵਾਲੇ ਨੂੰ ਸ਼ਹੀਦ ਗਰਦਾਨਿਆ। ਸਿੱਖਾਂ ਦੀਆਂ ਇਹਨਾਂ ਭਾਵਨਾਵਾਂ ਦੇ ਖੁੱਲ੍ਹੇ ਪ੍ਰਗਟਾਅ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹਿੰਦੂ ਰਾਸ਼ਟਰਵਾਦੀਆਂ ਦੇ ਸਿੱਖਾਂ ਦੇ ਖਿਲਾਫ ਹੋਣ ਵਿੱਚ ਪ੍ਰਮੁੱਖ ਰੋਲ ਨਿਭਾਇਆ। ਸਿੱਖ ਬਾਡੀਗਾਰਡਾਂ ਵੱਲੋਂ ਇਸ ਕਾਰਵਾਈ ਅਤੇ ਸਿੱਖਾਂ ਵੱਲੋਂ ਇਸ ਖੁਸ਼ੀ ਦੇ ਪ੍ਰਗਟਾਅ ਨੇ ਇਸ ਪ੍ਰਕਿਰਿਆ ਨੂੰ ਉਤੇਜਿਤ ਕੀਤਾ ਤੇ ਹਰਮੰਦਰ ਦੇ ਗ੍ਰੰਥੀ ਗਿਆਨੀ ਕਿਰਪਾਲ ਸਿੰਘ ਦੇ ਇਸ ਬਿਆਨ ਨੇ ਕਿ ਇੰਦਰਾ ਗਾਂਧੀ ਦੇ ਕਤਲ ਦੇ ਉੱਪਰ ਸਿੱਖ ਕੌਮ ਨੂੰ ਕੋਈ ਅਫਸੋਸ ਨਹੀਂ, ਬਲਦੀ ਦੇ ਉੱਪਰ ਤੇਲ ਪਾਇਆ। ਸੋ ਇਸ ਸਾਰੇ ਵਰਤਾਰੇ ਦੇ ਵਿੱਚ ਜੋ ਕੁਝ ਲਿਖਿਆ ਗਿਆ, ਇਹਦੇ ਵਿੱਚ ਤੁਹਾਨੂੰ ਉਸ ਮਾਨਸਿਕਤਾ ਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਘੱਟ ਗਿਣਤੀ ਕੌਮੀਅਤ ਦਾ ਕਤਲੇਆਮ ਹੁੰਦਾ ਹੈ ਤੇ ਉਸ ਨੂੰ ਹੀ ਫਿਰ ਦੋਸ਼ੀ ਠਹਿਰਾ ਦਿੱਤਾ ਜਾਂਦਾ ਹੈ। ਔਰ ਇਹ ਤਾਂ ਇੱਥੋਂ ਤੱਕ ਵੀ ਲਿਖਦਾ ਜਿਹੜਾ ਕਿ ਬਿਲਕੁਲ ਸਰਾਸਰ ਝੂਠ ਹੈ। ਮੈਂ ਕਹਿੰਦਾ ਕਿ ਕੋਈ ਵੀ ਸੰਘ ਦਾ ਵਿਦਵਾਨ ਇਹ ਗੱਲ ਸਾਡੇ ਸਾਹਮਣੇ ਜਾਂ ਕਿਸੇ ਵੀ ਮੀਡੀਆ 'ਚ ਦੱਸ ਦੇਵੇ ਕਿ ਮਹਾਤਮਾ ਗਾਂਧੀ ਨੂੰ ਕਤਲ ਕਰਨ ਵਾਲੇ ਨੱਥੂਰਾਮ ਗੋਡਸੇ ਦਾ ਕੀ ਸੰਘ ਦੇ ਨਾਲ ਕੋਈ ਸੰਬੰਧ ਨਹੀਂ ਸੀ, ਜਾਂ ਫਿਰ ਕਦੀ ਇੰਜ ਹੋਇਆ ਕਿ ਮਹਾਤਮਾ ਗਾਂਧੀ ਦੇ ਕਤਲ ਤੋਂ ਬਾਅਦ ਕਿਸੇ ਵੀ, ਕਹਿ ਸਕਦੇ ਹੋ ਕਿ ਬੇਸ਼ੱਕ ਕਿ ਉਹ ਮਰਾਠੀ ਹਿੰਦੂ ਸੀ, ਕਿਸੇ ਇੱਕ ਵੀ ਮਰਾਠੀ ਕੌਮੀਅਤ ਨਾਲ ਸੰਬੰਧ ਵਿਅਕਤੀ ਦਾ ਜਾਂ ਕਿਸੇ ਸਮੂਹ ਦਾ ਕਤਲੇਆਮ ਹੋਇਆ ਹੋਵੇ। ਪਰ ਇਸ ਲੇਖ ਦੇ ਵਿੱਚ ਲੋਕਾਂ ਨੂੰ ਭੜਕਾਉਣ ਦੇ ਵਾਸਤੇ ਇੰਨੀ ਜ਼ਿਆਦਾ ਗੈਰ ਇਤਿਹਾਸਕ ਤੇ ਤੱਥਹੀਣ ਜਿਹੜੇ ਸੀਗੇ ਉਹਨਾਂ ਸਰੋਤਾਂ ਦੀ ਵਰਤੋਂ ਕੀਤੀ ਗਈ। ਇਹਦੇ 'ਚ ਲਿਖਿਆ ਕਿ ਜਦੋਂ ਇੱਕ ਮਰਾਠੀ ਹਿੰਦੂ ਨੇ, ਜਿਸ ਦਾ ਸੰਘ ਦੇ ਨਾਲ ਕੋਈ ਸੰਬੰਧ ਨਹੀਂ ਸੀ, ਇਹ ਸਪੈਸ਼ਲ ਲਿਖਿਆ, ਨੇ ਮਹਾਤਮਾ ਗਾਂਧੀ ਨੂੰ ਮਾਰ ਦਿੱਤਾ ਤਾਂ ਸੰਘ ਨਾਲ ਵੀ ਅਜਿਹਾ ਹੀ ਵਾਪਰਿਆ ਸੀ। ਹੁਣ ਦੱਸ ਦਿਓ ਕਿ ਕਿਤੇ ਇਤਿਹਾਸ ਜ਼ਿਕਰ ਆਉਂਦਾ ਹੈ ਕਿ ਜਿਸ ਵੇਲੇ ਮਹਾਤਮਾ ਗਾਂਧੀ ਨੂੰ ਕਤਲ ਕੀਤਾ ਗਿਆ ਉਸ ਵੇਲੇ ਸੰਘ ਦੇ ਨਾਲ ਇਸ ਤਰ੍ਹਾਂ ਵਾਪਰਿਆ ਹੋਵੇ ਜਾਂ RSS ਦੇ ਕਿਸੇ ਵਰਕਰ ਦਾ ਕਤਲੇਆਮ ਹੋਇਆ ਹੋਵੇ। ਔਰ ਇੱਕ ਨਰੋਲ ਝੂਠ ਕਿ ਉਸ ਦਾ ਸੰਘ ਦੇ ਨਾਲ ਕੋਈ ਸੰਬੰਧ ਨਹੀਂ। ਹੁਣ ਤੇ ਬਹੁਤ ਸਾਰੀਆਂ ਲਿਖਤਾਂ, ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਇਸ ਮੁੱਦੇ ਦੇ ਉੱਪਰ ਆ ਚੁੱਕੀਆਂ ਨੇ। ਅੱਗੇ ਫਿਰ ਉਹ ਸਿੱਖਾਂ ਨੂੰ ਮੱਤ ਦੇਣ ਦੀ ਗੱਲ ਕਰਦਾ, ਕਹਿੰਦਾ ਕਿ ਸਿੱਖਾਂ ਨੂੰ ਸਬਰ ਅਤੇ ਸ਼ਾਂਤੀ ਤੋਂ ਕੰਮ ਲੈਣਾ ਚਾਹੀਦਾ ਹੈ। ਜੇਕਰ ਸਿੱਖਾਂ ਨੇ ਪ੍ਰਤੀਕਿਰਿਆ ਵਜੋਂ ਕੋਈ ਬਚਾਅ ਪੱਖ ਲਈ ਹਥਿਆਰਬੰਦ ਤਰੀਕਾ ਵਰਤਿਆ ਤਾਂ ਹਾਲਾਤਾਂ ਲਈ ਹੋਰ ਵਿਗਾੜ ਪੈਦਾ ਕਰੇਗਾ। ਹਾਲਾਂਕਿ ਉਹ ਇਹ ਨਹੀਂ ਜਾਣਦਾ ਕਿ ਉਹਨਾਂ ਇਲਾਕਿਆਂ ਦੇ ਵਿੱਚ ਹੀ ਸਿੱਖ ਆਪਣੇ ਜਾਨ ਮਾਲ ਦੀ ਸੁਰੱਖਿਆ ਕਰ ਸਕੇ ਨੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਸਿੱਖਾਂ ਦੇ ਕੋਲ ਬੇਸ਼ੱਕ ਲਾਇਸੈਂਸੀ ਹਥਿਆਰ ਸੀ। ਔਰ ਉਹਨਾਂ ਨੇ, ਉਹ ਚਾਹੇ ਜਨਰਲ ਹਰਬਖਸ਼ ਸਿੰਘ ਦੀ ਅਸੀਂ ਗੱਲ ਕਰ ਲਈਏ, ਜਨਰਲ ਜਗਜੀਤ ਸਿੰਘ ਅਰੋੜਾ ਦੀ ਗੱਲ ਕਰ ਲਈਏ, ਜਾਂ ਦਿੱਲੀ ਦੇ ਵਿੱਚ ਹੋਰ ਵੀ ਮੇਰੇ ਕੁਝ ਜਾਣਕਾਰ ਪਰਿਵਾਰ ਨੇ ਜਿਨ੍ਹਾਂ ਦੇ ਕੋਲ ਉਸ ਵੇਲੇ ਲਾਇਸੈਂਸੀ ਹਥਿਆਰ ਸਨ ਤੇ ਉਹਨਾਂ ਹਥਿਆਰਾਂ ਦੇ ਸਿਰ ਦੇ ਉੱਪਰ ਹੀ ਉਹਨਾਂ ਦੀ ਜਿਹੜੀ ਜਾਨ ਸੀ ਉਹ ਬਚ ਗਈ। ਅੱਗੇ ਕਹਿੰਦਾ, ਮੈਂ ਆਸ ਕਰਦਾ ਕਿ ਸਿੱਖ ਉੱਪਰ ਦਿੱਤੀ ਨਸੀਹਤ ਤੋਂ ਸਬਕ ਸਿੱਖਣਗੇ। ਇਹ RSS ਦਾ ਨੀਤੀ ਘਾੜਾ, ਪਾਲਿਸੀ ਮੇਕਰ ਨਾਨਾ ਜੀ ਦੇਸ਼ਮੁਖ ਕਹਿ ਰਿਹਾ ਕਿ ਸਿੱਖਾਂ ਨੂੰ ਹੁਣ ਇਸ ਨਸੀਹਤ ਤੋਂ ਸਬਕ ਲੈਣਾ ਪਵੇਗਾ। ਮੈਨੂੰ ਦੁੱਖ ਹੈ ਕਿ ਕੁਝ ਜਗ੍ਹਾ ਤੇ ਸਿੱਖ ਕੌਮ ਨੇ ਸਬਰ ਤੇ ਹੌਸਲਾ ਛੱਡ ਕੇ ਦੰਗਾਕਾਰੀਆਂ ਖਿਲਾਫ ਹਥਿਆਰਾਂ ਦੀ ਵਰਤੋਂ ਕੀਤੀ। ਇਹਦਾ ਮਤਲਬ ਕੀ ਹੈ ਕਿ ਮਰ ਜਾਣਾ ਚਾਹੀਦਾ ਸੀ, ਅੱਗੇ ਸਿਰ ਕਰ ਦੇਣਾ ਚਾਹੀਦਾ ਸੀ ਕਿ ਸਾਨੂੰ ਕਤਲ ਕਰ ਦਿਓ, ਪਰ ਮੁਕਾਬਲਾ ਨਹੀਂ ਸੀ ਕਰਨਾ ਚਾਹੁੰਦਾ। ਮੈਂ ਇਮਾਨਦਾਰੀ ਨਾਲ ਜੋ ਇਤਿਹਾਸਕ ਪੱਖ ਤੋਂ ਇਸ ਦੀ ਘੋਖ ਕੀਤੀ ਹੈ, ਇਸ ਵਿੱਚ ਇਹ ਹੈ ਕਿ ਸਿੱਖਾਂ ਦਾ ਜੁਝਾਰੂ ਸੁਭਾਅ ਮੁਸਲਮਾਨਾਂ ਖਿਲਾਫ ਕੁਝ ਸਮੇਂ ਦੀ ਵਕਤੀ ਲੋੜ ਸੀ, ਜਿਹੜਾ 10ਵੇਂ ਗੁਰੂ ਨੇ ਦਿੱਤਾ, ਹੁਣ ਛੱਡ ਦੇਣਾ ਚਾਹੀਦਾ। ਭਾਵ ਕਿ ਸਿੱਖਾਂ ਨੂੰ ਹੁਣ ਬਲੀ ਦੇ ਬੱਕਰੇ ਬਣ ਜਾਣਾ ਚਾਹੀਦਾ। ਔਰ ਅਖੀਰ ਦੇ ਵਿੱਚ ਕਹਿੰਦਾ ਕਿ ਮੈਨੂੰ ਅਫਸੋਸ ਹੈ ਕਿ ਸਿੱਖ ਵਿਦਵਾਨ ਇਹ ਸਮਝਣ ਦੇ ਵਿੱਚ ਅਸਫਲ ਰਹੇ ਨੇ ਕਿ ਜਿਹੜੇ ਖਾਲਸਾਵਾਦ ਨੂੰ ਹਿੰਦੂ ਧਰਮ ਤੋਂ ਵੱਖਰਾ ਵੇਖਦੇ ਨੇ, ਜੋ ਕਿ ਅੰਗਰੇਜ਼ਾਂ ਦੀ ਚਾਲ ਸੀ, ਤੇ ਕੁਝ ਸਵਾਰਥੀ ਸਿਆਸਤਦਾਨਾਂ ਨੇ ਇਸ ਤੱਥ ਨੂੰ ਪ੍ਰਚਾਰਿਆ ਜਿਸ ਦਾ ਮਕਸਦ ਸਿੱਖਾਂ ਨੂੰ ਹਿੰਦੂ ਧਰਮ ਦੀ ਮੁੱਖ ਧਾਰਾ ਤੋਂ ਤੋੜਨਾ ਸੀ। ਇਸ ਨੂੰ ਤੁਸੀਂ ਭਲੀ ਭਾਂਤ ਮੈਂ ਬਹੁਤ ਸਾਰੇ ਵਿਖਿਆਨਾਂ ਦੇ ਵਿੱਚ, ਬਹੁਤ ਸਾਰੇ ਆਪਣੇ ਕਹਿ ਸਕਦੇ ਲੈਕਚਰਾਂ ਦੇ ਵਿੱਚ, ਲੇਖਾਂ ਦੇ ਵਿੱਚ, ਇੱਥੋਂ ਤੱਕ ਕਿ ਆਪਣੀ ਕਿਤਾਬ ਤੱਬੇ ਰੋਸ ਜਾਗਿਓ ਦੇ ਵਿੱਚ ਵੀ ਸਮਝਾ ਚੁੱਕਾ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਇਹਨਾਂ ਵੱਲੋਂ ਇਹ ਸਿੱਧ ਕਰਨ ਦਾ ਯਤਨ ਕੀਤਾ ਜਾਂਦਾ ਹੈ ਕਿ ਸਿੱਖਸ ਆਰ ਨਾਟ ਏ ਸੈਪਰੇਟ ਨੇਸ਼ਨ, they are part and parcel of Hindu society, ਕਿ ਸਿੱਖ ਕੋਈ ਵੱਖਰੀ ਕੌਮ ਨਹੀਂ ਹੈਗੀ, ਉਹ ਹਿੰਦੂ ਧਰਮ ਦਾ ਹੀ ਇੱਕ ਹਿੱਸਾ ਹਨ। ਉਹ ਕਹਿੰਦਾ ਕਿ ਇਹ ਸਮਾਂ ਹੈ ਕਿ ਸਿੱਖਾਂ ਨੂੰ ਆਪਣਾ ਆਪਾ ਚੀਨਣਾ ਚਾਹੀਦਾ ਤੇ ਵਿਦੇਸ਼ੀਆਂ ਦੀ ਧਾਰਨਾ ਕਿ ਸਿੱਖ ਹਿੰਦੂ ਧਰਮ ਤੋਂ ਵੱਖਰਾ ਧਰਮ ਹੈ, ਉਹਦੇ ਤੋਂ ਦੂਰ ਚਲੇ ਜਾਣਾ ਚਾਹੀਦਾ ਹੈ। ਭਾਵ ਕਿ ਹੁਣ ਸਿੱਖਾਂ ਨੂੰ ਆਪਣੇ ਆਪ ਨੂੰ ਜਿਹੜਾ ਹਿੰਦੂਤਵ ਦਾ ਸਮੁੰਦਰ ਹੈ ਉਹਦੇ ਵਿੱਚ ਡੁਬੋ ਲੈਣਾ ਚਾਹੀਦਾ ਹੈ।
ਨਹੀਂ ਤਾਂ ਮੈਨੂੰ ਡਰ ਹੈ ਕਿ ਇਸ ਭਾਵਨਾ ਨੂੰ ਛੱਡੇ ਬਗੈਰ ਉਹ ਦੇਸ਼ ਦੇ ਹੋਰਾਂ ਲੋਕਾਂ ਨਾਲ ਸ਼ਾਂਤੀ ਨਾਲ ਨਹੀਂ ਰਹਿ ਸਕਣਗੇ। ਇਹ ਇੱਕ ਤਰ੍ਹਾਂ ਦੇ ਨਾਲ ਸ਼ਬਦਾਂ ਦੇ ਵਿੱਚ ਦਿੱਤੀ ਧਮਕੀ ਹੈ ਕਿ ਤੁਸੀਂ ਆਪਣੀ ਕੌਮੀਅਤ ਦਾ ਵੱਖਰਾਪਨ ਲੈ ਕੇ ਇਸ ਦੇਸ਼ ਦੇ ਵਿੱਚ ਨਹੀਂ ਰਹਿ ਸਕਦੇ। ਜੇਕਰ ਇਸ ਦੇਸ਼ ਦੇ ਵਿੱਚ ਰਹਿਣਾ, ਸ਼ਾਇਦ ਮੈਂ ਆਪਣੀ ਕਿਤਾਬ ਤੱਬੇਰੁਸ ਜਾਕੇ ਉਹਦੇ ਵਿੱਚ ਵੀ ਜ਼ਿਕਰ ਕੀਤਾ ਸੀ ਕਿ ਅੰਮ੍ਰਿਤਸਰ ਦੀਆਂ ਕੰਧਾਂ ਦੇ ਉੱਪਰ ਵੀ ਇੱਕ ਵਾਰੀ ਨਾਅਰੇ ਲਿਖ ਦਿੱਤੇ ਗਏ ਸੀ ਕਿ ਅਗਰ ਇਸ ਦੇਸ਼ ਮੇਂ ਰਹਿਣਾ ਹੋਗਾ ਤਾਂ ਹਿੰਦੂ ਪੱਖ ਮੇਂ ਕਹਿਣਾ ਹੋਗਾ। ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਨਾਅਰੇ ਸੀ ਉਹ ਅੰਮ੍ਰਿਤਸਰ ਦੀਆਂ ਕੁਝ ਕੰਧਾਂ ਦੇ ਉੱਪਰ ਵੀ ਲਿਖੇ ਗਏ ਸੀਗੇ ਕਿ ਜੇਕਰ ਇਸ ਦੇਸ਼ ਦੇ ਵਿੱਚ ਰਹਿਣਾ ਹੈ ਤੇ ਤੁਹਾਨੂੰ ਹਿੰਦੂ ਬਣ ਕੇ ਰਹਿਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ, ਨਹੀਂ ਤੇ ਤੁਹਾਡੀ ਇਸ ਦੇਸ਼ ਦੇ ਵਿੱਚ ਕੋਈ ਜਗ੍ਹਾ ਨਹੀਂ। ਆਪਣੇ ਅਖੀਰਲੇ ਪੈਰੇ ਦੇ ਵਿੱਚ ਵੇਖੋ, ਜਦੋਂ ਅਸੀਂ ਰਾਜਨੀਤਿਕ ਤੌਰ ਤੇ ਦੋ ਧਿਰਾਂ ਨੂੰ ਵੇਖਦੇ ਹਾਂ ਤਾਂ ਸਾਨੂੰ ਇੰਜ ਲੱਗਦਾ ਕਿ ਕਾਂਗਰਸ ਇੱਕ ਵੱਖਰੀ ਚੀਜ਼ ਹੈ, ਜਿਹੜੀ ਭਾਜਪਾ ਇੱਕ ਵੱਖਰੀ ਚੀਜ਼ ਹੈ। ਪਰ ਜਦੋਂ ਕਹਿ ਸਕਦੇ ਹੋ ਕਿ ਹਿੰਦੂ ਤੋਂ ਵੀ ਰਾਸ਼ਟਰਵਾਦ ਦੀ ਗੱਲ ਆਉਂਦੀ ਹੈ ਤਾਂ ਉੱਥੇ ਘੱਟ ਗਿਣਤੀਆਂ ਦੇ ਪ੍ਰਤੀ ਇਹਨਾਂ ਰਾਜਸੀ ਧਿਰਾਂ ਦੀ ਜਿਹੜੀ ਮਾਨਸਿਕਤਾ ਉਹ ਕੇਵਲ ਇੱਕੋ ਜਿਹੀ ਹੈ ਕਿ ਲੋਕਾਂ ਨੂੰ ਕਿਸ ਤਰ੍ਹਾਂ ਦੇ ਨਾਲ ਧਰਮ ਦੇ ਮੁੱਦਿਆਂ ਦੇ ਉੱਪਰ ਭੜਕਾ ਕੇ, ਬੇਸ਼ੱਕ ਉਹਦੇ ਵਾਸਤੇ ਘੱਟ ਗਿਣਤੀ ਕੌਮੀਅਤਾਂ ਦਾ ਕਤਲੇਆਮ ਵੀ ਕਰਨਾ ਪਵੇ, ਵੋਟਾਂ ਨੂੰ ਕਿਵੇਂ ਬਟੋਰਨਾ ਹੈ ਤੇ ਰਾਜਸੀ ਸੱਤਾ ਦੇ ਉੱਪਰ ਕਾਬਜ਼ ਕਿਵੇਂ ਹੋਣਾ ਹੈ। ਆਪਣੇ ਅਖੀਰਲੇ ਪੈਰੇ ਦੇ ਵਿੱਚ ਲਿਖਦਾ ਹੈ ਕਿ ਇੰਦਰਾ ਗਾਂਧੀ ਦੇ ਅਚਾਨਕ ਕਤਲ ਨੇ ਹਿੰਦੁਸਤਾਨੀ ਰਾਸ਼ਟਰਵਾਦੀਆਂ ਦੇ ਆਮ ਜੀਵਨ ਨੂੰ ਭਿਆਨਕ ਤਰੀਕੇ ਨਾਲ ਪ੍ਰਭਾਵਿਤ ਕੀਤਾ ਹੈ। ਸੋ ਦਰਬਾਰ ਸਾਹਿਬ ਤੇ ਹਮਲਾ ਹੋਵੇ ਤੇ ਕਿਸੇ ਕੌਮ ਦੀ ਮਾਨਸਿਕਤਾ ਪ੍ਰਭਾਵਿਤ ਨਹੀਂ ਹੁੰਦੀ। ਇੱਕ ਕੌਮ ਦੀ ਨੌਜਵਾਨੀ ਨੂੰ ਲੱਖਾਂ ਦੀ ਗਿਣਤੀ ਦੇ ਵਿੱਚ ਕੋਹ ਕੇ ਮਾਰ ਦਿੱਤਾ ਜਾਵੇ, ਕਿਸੇ ਦੀ ਮਾਨਸਿਕਤਾ ਪ੍ਰਭਾਵਿਤ ਨਹੀਂ ਹੁੰਦੀ। ਸਰਦਾਰ ਜਸਵੰਤ ਸਿੰਘ ਖਾਲੜਾ ਵਾਲੇ ਜਿਹੜੇ ਮਨੁੱਖਤਾ ਦੇ ਕਹਿ ਸਕਦੇ ਹੋ ਕਿ ਉਸ ਵੇਲੇ ਇੱਕ ਸੇਵਾਦਾਰ ਨੇ, ਜਿਹੜੇ ਅਣਪਛਾਤੀਆਂ ਲਾਸ਼ਾਂ ਨੂੰ ਲੱਭਦੇ ਆਪ ਇੱਕ ਅਣਪਛਾਤੀ ਲਾਸ਼ ਬਣ ਜਾਂਦੇ ਨੇ, ਉਹਨਾਂ ਦੇ ਉੱਪਰ ਕਿਸੇ ਦੀ ਮਾਨਸਿਕਤਾ ਨੂੰ ਕੋਈ ਦੁੱਖ ਨਹੀਂ ਪਹੁੰਚਦਾ ਤੇ ਕਹਿੰਦਾ ਕਿ ਹੁਣ ਭਾਰਤ ਦੀ ਜ਼ਿੰਮੇਵਾਰੀ ਨੌਜਵਾਨ ਮੋਢਿਆਂ ਦੇ ਉੱਪਰ ਪਈ ਹੈ। ਰਾਜੀਵ ਗਾਂਧੀ ਦੀ ਗੱਲ ਕਰਦਾ ਹੈ। ਇੱਕ ਗੈਰ ਸਿਆਸੀ ਉਸਾਰੂ ਸਮਾਜ ਸੇਵੀ ਦੇ ਤੌਰ ਤੇ ਮੈਂ ਕੇਵਲ ਪ੍ਰਾਰਥਨਾ ਕਰ ਸਕਦਾ ਹਾਂ ਕਿ ਭਗਵਾਨ ਇਸ ਨੌਜਵਾਨ ਨੂੰ ਸਿਆਣਾ ਕਰੇ, ਹੌਸਲਾ ਅਤੇ ਯੋਗਤਾ ਬਖਸ਼ੇ। ਸੋ ਇਸ ਸਾਰੇ ਲੇਖ ਦੇ ਵਿੱਚੋਂ ਜਿਹੜਾ ਪ੍ਰਤੀਪਕਸ਼ ਮੈਗਜ਼ੀਨ ਦੇ ਵਿੱਚ ਜਿਹੜਾ ਹਫਤਾਵਾਰੀ ਅਖਬਾਰ ਸੀ ਉਹਦੇ ਵਿੱਚ ਨਾਨਾ ਜੀ ਦੇਸ਼ਮੁਖ ਦੇ ਵੱਲੋਂ ਲਿਖਿਆ ਗਿਆ। ਨਾਨਾ ਜੀ ਦੇਸ਼ਮੁਖ ਜਿਹੜਾ ਹੈ ਉਹ RSS ਦਾ ਨੀਤੀ ਘਾੜਾ ਸੀ, ਪਾਲਿਸੀ ਮੇਕਰ ਸੀ। ਇਹ ਪਾਲਿਸੀ, ਇਹ ਨੀਤੀ, ਇਹ ਮਾਨਸਿਕਤਾ ਤੁਸੀਂ ਇਸ ਲੇਖ ਦੇ ਵਿੱਚੋਂ ਸਮਝ ਸਕਦੇ ਹੋ ਤੇ ਇਸ ਨੂੰ ਸ਼ਮਸੁਲ ਇਸਲਾਮ ਨਾਂ ਦਾ ਜਿਹੜਾ ਇੱਕ ਕਾਲਮ ਨਵੀਸ ਹੈ ਉਸ ਨੇ ਪ੍ਰਕਾਸ਼ਿਤ ਕੀਤਾ ਸੀ। ਸੋ ਇਸ ਸਾਰੇ ਵਰਤਾਰੇ ਨੂੰ ਸਮਝਣ ਦੀ ਲੋੜ ਹੈ ਕਿ ਜਦੋਂ ਅਸੀਂ ਇੱਕ ਫਾਸ਼ੀਵਾਦੀ ਵਿਚਾਰਧਾਰਾ ਵਾਲੀਆਂ ਸਰਕਾਰਾਂ ਦੀ ਜਾਂ ਹਕੂਮਤਾਂ ਦੇ ਦੇਸ਼ ਦੇ ਵਿੱਚ ਰਹਿ ਰਹੇ ਹਾਂ ਤਾਂ ਕਿਤੇ ਨਾ ਕਿਤੇ ਸਾਨੂੰ ਮਾਨਸਿਕ ਤੌਰ ਤੇ ਹਰ ਸਮੱਸਿਆ ਦਾ ਬਹੁਤ ਹੀ ਗਹਿਰ ਚਿੰਤਨ ਕਰਨਾ ਪਵੇਗਾ। ਤੇ ਮੈਂ ਇੱਕ ਬੇਨਤੀ ਕਰਾਂ ਆਪਣੇ ਪ੍ਰਚਾਰਕ ਵੀਰਾਂ ਨੂੰ, ਆਪਣੇ ਦੋਸਤਾਂ ਨੂੰ, ਕਿ ਅਸੀਂ ਜਿਹੜੇ ਮੁੱਦਿਆਂ ਦੇ ਉੱਪਰ, ਕੌਮ ਦੇ ਅੰਤਰ ਵਿਰੋਧੀ ਮੁੱਦਿਆਂ ਦੇ ਉੱਪਰ ਜਿਹੜਾ ਅਸੀਂ ਰੋਜ਼ ਆਪਣਾ ਵਕਤ ਬਰਬਾਦ ਕਰਦੇ ਹਾਂ ਨਾ, ਉਹਦੇ ਨਾਲੋਂ ਘੱਟ ਗਿਣਤੀ ਕੌਮੀਅਤਾਂ ਦੇ ਪ੍ਰਤੀ ਇਹ ਜਿਹੜੀਆਂ ਹਕੂਮਤਾਂ ਨੇ ਉਹਨਾਂ ਦੀ ਮਾਨਸਿਕਤਾ ਕੀ ਹੈ ਔਰ ਉਹਨਾਂ ਦੇ ਅੰਦਰ ਕਿਸ ਤਰ੍ਹਾਂ ਦੇ ਨਾਲ ਬਾਕੀ ਬਹੁ ਗਿਣਤੀ ਦੇ ਵਿੱਚ ਘੱਟ ਗਿਣਤੀਆਂ ਪ੍ਰਤੀ ਜੀਨੋਸਾਈਡਲ ਇੰਪਲਸ ਜਿਹੜੀ ਹੈ, ਨਸਲਕੁਸ਼ੀ ਦੀ ਜਿਹੜੀ ਇੱਕ ਮਾਨਸਿਕਤਾ ਹੈ ਉਹ ਪੈਦਾ ਕੀਤੀ ਜਾ ਰਹੀ ਹੈ। ਸਾਨੂੰ ਉਸ ਤੋਂ ਬਚਣ ਦੀ, ਉਹਦਾ ਐਨਾਲਾਈਜ਼ ਕਰਨ ਦੀ, ਉਹਨੂੰ ਸਮਝਣ ਦੀ, ਵਿਚਾਰਨ ਦੀ ਤੇ ਕੌਮ ਦਾ ਭਵਿੱਖ ਤੈਅ ਕਰਨ ਦੀ ਜ਼ਰੂਰਤ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਫਤਿਹ ਦੀ ਸਤਿਕਾਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।